सत श्री अकाल जी सारिਆਂ ਨੂੰ स्वागत है ਤੁਹਾਡੇ ਆਪਣੇ YouTube चैनल मोटिवेटेड एवरीडे ਤੇ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੀ ਹਰਿਦੁਆਰ ਦੀ ਯਾਤਰਾ ਬਾਰੇ। ਜੇ ਜ਼ਿੰਦਗੀ ਜਾਂ ਆਤਮਾ ਦੀ ਵਾਂਗ ਡੋਰ ਵਿਚੋਲਿਆਂ ਹੱਥ ਦੇ ਦਈਏ ਤਾਂ ਮੰਜ਼ਿਲਾਂ ਦੂਰ ਹੋ ਸਕਦੀਆਂ ਨੇ। ਜਦੋਂ ਵਿਚੋਲਿਆਂ ਸਹਾਰੇ ਜਿਉਣ ਦੀ ਭੈੜੀ ਆਦਤ ਹੋ ਜਾਵੇ ਤਾਂ ਕੰਨ ਕੱਚੇ ਤੇ ਅਕਲਾਂ ਥੋਥੀਆਂ ਹੋ ਜਾਂਦੀਆਂ ਹਨ। ਕਿਸੇ ਚੀਫ ਜਸਟਿਸ ਜਾਂ ਪ੍ਰਾਈਮ ਮਿਨਿਸਟਰ ਨੂੰ ਮਿਲਣ ਵਾਸਤੇ ਜੇ ਵਿਚੋਲਿਆਂ ਦੇ ਸਹਾਰੇ ਲੱਭੀਏ ਤਾਂ ਸਾਨੂੰ ਆਰਥਿਕ ਘਾਟਿਆਂ ਦੇ ਜੋਖਿਮ ਵੀ ਦਰਪੇਸ਼ ਆ ਸਕਦੇ ਹਨ ਤੇ ਸਾਡੇ ਦੁਆਰਾ ਕਹੀ ਜਾਣ ਵਾਲੀ ਤਹਿਰੀਰ ਜਾਂ ਮੰਗ ਦਾ ਆਧਾਰ ਕੁਝ ਕਸਮੈਲਾ ਵੀ ਹੋ ਸਕਦਾ ਹੈ। ਆਪਣਾ ਦਰਦ ਕਹਿਣ 'ਚ ਤੇ ਦੂਜੇ ਦਾ ਸੁਣਨ 'ਚ ਬਹੁਤ ਅੰਤਰ ਹੁੰਦਾ ਹੈ। ਜੇ ਇਹ ਅੰਤਰ ਮਿਟ ਜਾਵੇ ਤਾਂ ਬ੍ਰਹਮ ਦੇ ਦਰਸ਼ਨ ਹੋ ਸਕਦੇ ਹਨ। ਤੁਸੀਂ ਆਪਣੇ ਪਿਰਸਦੇ ਨਸੂਰ ਦਾ ਦਰਦ ਦੁੱਖਾਂ ਤੇ ਰੇਜਾ ਹੋ ਦਰਦੀਲੇ ਦਿਲਾਂ ਨਾਲ ਪੀੜਾਂ 'ਚ ਪਿਰੁੰਨ ਹੋ ਕੇ ਆਖਦੇ ਹਾਂ ਤਾਂ ਦੂਜੇ ਦਾ ਦਰਦ ਸੁਣਦਿਆਂ ਅਸੀਂ ਇੰਝ ਮਹਿਸੂਸ ਕਰਦੇ ਹਾਂ ਜਿਵੇਂ ਕਿਧਰੇ ਨਸੁਰ ਹੋਣ ਵਾਲਾ ਹੈ। ਹੋਣ ਵਾਲੀਆਂ ਚੀਜ਼ਾਂ ਦਾ ਦਰਦ ਨਹੀਂ ਹੁੰਦਾ, ਜੋ ਹੋ ਚੁੱਕਾ ਹੈ ਦੁੱਖ ਭੂਤ ਜਾਂ ਵਰਤਮਾਨ ਦਾ ਹੀ ਸੁੱਟੀਏ ਤੇ ਆਪਣੇ ਦਿਲ ਦੀਆਂ ਹੱਦਾਂ ਸਰਹੱਦਾਂ ਵਿਸ਼ਾਲ ਕਰ ਲਈਏ ਤਾਂ ਕਿਸੇ ਤੇ ਪਰਜੀਵੀ ਬਣਨ ਨਾਲੋਂ ਕਿਸੇ ਦੇ ਫੋਕੇ ਲਾਰਿਆਂ ਲਈ ਕੰਨ ਤਰਸਾਉਣ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ। ਸਾਡੀ ਨਿਰੋਗ ਆਤਮਾ ਤੇ ਜਿੰਦਾ ਦਿਲੀ ਸਾਨੂੰ ਦੁਨਿਆਵੀ ਜਾਂ ਅਧਿਆਤਮਕ ਮੰਜ਼ਿਲਾਂ ਤੱਕ ਸਾਨੂੰ ਸਹਿਜੇ ਹੀ ਲਿਜਾ ਸਕਦੀ ਹੈ। ਵਿਚੋਲੇ ਦਾ ਅਰਥ ਹੈ ਤਾਈਓ ਤੇ ਉਹਲਾ ਹੈ। ਜੋ ਫਰੰਟ ਹੈ, ਜੋ ਸਾਹਮਣਾ ਹੈ ਉਹ ਈਮਾਨ ਹੈ, ਪਿੱਛੇ ਧੋਖਾ ਹੈ ਤਾਂ ਪਾਸਾ ਚਾਪਲੂਸੀ। ਜੋ ਫਰੰਟ 'ਤੇ ਖੜਦਾ ਹੈ ਸਾਡੀਆਂ ਗਲਤੀਆਂ ਸਾਡੇ ਸਾਹਮਣੇ ਨੰਗੀਆਂ ਕਰਦਾ ਹੈ ਤੇ ਉਹਨਾਂ ਦੇ ਹੱਲ ਲੱਭਣ ਲਈ ਤਤਪਰ ਰਹਿੰਦਾ ਹੈ, ਉਹ ਯਾਰ ਨਸੀਬਾਂ ਤੋਂ ਬਿਨਾਂ ਨਸੀਬ ਨਹੀਂ ਹੋ ਸਕਦਾ। ਵਿਚੋਲੇ ਲੱਭਣ ਦਾ ਅਰਥ ਹੈ ਅਸੀਂ ਜਾਗਰੂਕ ਨਹੀਂ ਹਾਂ। ਖੇਤਰ ਭਾਵੇਂ ਦੁਨਿਆਵੀ ਹੋਵੇ ਜਾਂ ਧਾਰਮਿਕ, ਜੇ ਸਾਡੀ ਸੋਚ ਤਰਕਸ਼ੀਲਤਾ ਦੀ ਕਸੌਟੀ 'ਤੇ ਤੁਰ ਨਹੀਂ ਸਕਦੀ ਤਾਂ ਸਾਨੂੰ ਐਸੀ ਮੁਰਦਾ ਸੋਚ ਤੇ ਕਿਆਸ਼ੀਆਂ ਮੰਜ਼ਿਲਾਂ ਮਿਲ ਜਾਣ ਤੇ ਕੋਈ ਖੁਸ਼ੀ ਅਨੁਭਵ ਨਹੀਂ ਹੋ ਸਕਦੀ। ਅਸਲ ਵਿੱਚ ਪਖੰਡ ਅਗਿਆਨਤਾ ਦੇ ਮੱਕੜੀ ਜਾਲ ਨੂੰ ਹੀ ਕਈ ਵਾਰ ਅਸੀਂ ਮੰਜ਼ਿਲਾਂ ਸਮਝ ਲੈਂਦੇ ਹਾਂ। ਜਿਸ ਬਰਫ਼ ਨੂੰ ਕਦੀ ਸੂਰਜ ਦਾ ਸੇਕ ਨਸੀਬ ਨਹੀਂ ਹੋਇਆ ਉਸ ਨਾਲ ਮੱਸਿਆ ਦੀ ਰਾਤ ਵੀ ਤਪਸ਼ ਦਾ ਢੋਂਗ ਕਰ ਸਕਦੀ ਹੈ। ਇਵੇਂ ਹੀ ਸਾਡਾ ਧਾਰਮਿਕ ਖੇਤਰ ਹੈ ਜੋ ਸਾਡੀਆਂ ਬਹੁਤ ਹੀ ਸੂਖਮ ਮਾਨਸਿਕ ਤੰਦਾਂ ਦੇ ਸਹਾਰੇ ਹੈ। ਇੱਥੋਂ ਦਿਆਂ ਵਿਚੋਲਿਆਂ ਨੇ ਹੱਦ ਨਾਲੋਂ ਵੱਧ ਆਪਣੇ ਜਜਮਾਨਾਂ ਨੂੰ ਲੁੱਟਿਆ ਹੈ। ਸਮਝਣਾ ਚਾਹੁੰਦੇ ਹੋ ਤੁਹਾਨੂੰ ਲੋਕਾਂ ਨੂੰ ਅੱਗੇ ਜਾ ਕੇ ਜ਼ਰੂਰ ਸਜ਼ਾ ਮਿਲੇਗੀ। ਤੁਸਾਂ ਪਖੰਡ ਸੰਸਾਰ 'ਤੇ ਰਚਿਆ ਹੈ ਤਾਂ ਸਾਨੂੰ ਹੱਥ ਜੋੜ ਪੁੱਛਿਆ, ਸੰਤ ਜੀ ਤੁਹਾਡਾ ਨਾਂ ਕੀ ਹੈ? ਤਾਂ ਗੁਰੂ ਜੀ ਨੇ ਕਿਹਾ ਮੇਰਾ ਨਾਂ ਨਾਨਕ ਹੈ। ਉਸ ਨਿਰੰਕਾਰ ਦਾ ਸੇਵਕ ਹਾਂ। ਤਾਂ ਸਾਨੂੰ ਆਪਣੇ ਸੰਗੀਆਂ ਨੂੰ ਆਖਣ ਲੱਗਾ ਭਵਿੱਖਤ ਪੁਰਾਣ 'ਚ ਲਿਖਿਆ ਹੈ ਨਾਨਕ ਕਲਯੁਗ ਦੇ ਅਵਤਾਰ ਹੋਣਗੇ। ਸਾਨੂੰ ਕਿਹਾ ਮੈਂ ਇਸ ਕਰਕੇ ਹੀ ਆਪਣਾ ਨਾਂ ਨਾਨਕ ਜਾਂ ਸਾਨੂੰ ਦੱਸਦਾ ਰਿਹਾ, ਇਸ ਕਰਕੇ ਹੀ ਮੈਂ ਸਭਨਾਂ ਨੂੰ ਜਿੱਤਦਾ ਰਿਹਾ। ਹੁਣ ਅਸਲੀ ਨਾਨਕ ਆ ਗਏ ਨੇ। ਇਹਨਾਂ ਦੇ ਸਵਾਲਾਂ ਦਾ ਜਵਾਬ ਕੋਈ ਨਹੀਂ ਦੇ ਸਕਦਾ। ਜੋ ਨਾਨਕ ਦਾ ਉਪਦੇਸ਼ ਸੁਣੇਗਾ ਉਹ ਸੰਸਾਰ ਤੋਂ ਛੁਟਕਾਰਾ ਪਾ ਲਵੇਗਾ। ਤਾਂ ਸਭ ਗੁਰੂ ਜੀ ਨੂੰ ਨਮਸਕਾਰ ਕਰਨ ਲੱਗੇ। ਸਭਨਾਂ ਨੇ ਭੁੱਲ ਬਖਸ਼ਾਈ, ਆਖਣ ਲੱਗੇ ਹੇ ਗੁਰੂ ਜੀ ਅਸੀਂ ਤੁਹਾਡੀ ਮਹਿਮਾ ਨੂੰ ਨਹੀਂ ਜਾਣ ਸਕੇ। ਤੁਸੀਂ ਕਲਯੁਗ ਦੇ ਮਹਾਨ ਅਵਤਾਰ ਹੋ। ਮਹਾਨ ਆਦਮੀ ਕਦੀ ਆਪਣੀ ਪੁਰਾਣੀ ਰੀਤ ਨਹੀਂ ਖੋਂਦਾ। ਅਸੀਂ ਇਸੇ ਕਰਕੇ ਹੀ ਤੁਹਾਡੇ ਨਾਲ ਬਹਿਸ ਕਰਦੇ ਸੀ। ਸ਼ਾਸਤਰ ਵਿੱਚ ਸੂਰਜ ਗ੍ਰਹਿਣ ਵੇਲੇ ਮਾਸ ਖਾਣਾ ਕਿਧਰੇ ਨਹੀਂ ਲਿਖਿਆ। ਗੁਰੂ ਜੀ ਸਾਨੂੰ ਮਾਫ਼ ਕਰ ਦਿਓ। ਤਾਂ ਗੁਰੂ ਜੀ ਨੇ ਆਖਿਆ ਡਰੋ ਨਹੀਂ, ਅਸੀਂ ਤਾਂ ਖੀਰ ਰਿੰਨੀ ਹੋਈ ਹੈ। ਸੂਰਜ ਗ੍ਰਹਿਣ ਖਤਮ ਹੋ ਗਿਆ, ਸਭ ਭੋਜਨ ਕਰੋ। ਤਾਂ ਗੁਰੂ ਜੀ ਨੇ ਸੰਗਤ ਲਵਾਈ ਤੇ ਰਾਜਪੁੱਤਰ ਨੂੰ ਕਿਹਾ ਸਭਨਾਂ ਨੂੰ ਖੀਰ ਵਰਤਾਓ। ਨਾਨੂ ਪੰਡਤ ਬੋਲਿਆ ਮੈਂ ਆਪ ਦੇ ਨਾਂ ਨਾਲੋਂ ਕ ਅੱਖਰ ਕਟਾ ਦਿੱਤਾ ਹੈ। ਮੈਨੂੰ ਸਿਰਫ ਨਾਨੂ ਹੀ ਆਖੋ ਸਭ ਲੋਕ। ਗੁਰੂ ਨਾਨਕ ਦੇਵ ਜੀ ਨੇ ਆਖਿਆ ਭਾਈ ਬਾਣੀ ਦਾ ਅਭਿਆਸ ਕਰੋ, ਸਾਸ ਸਤਨਾਮ ਦਾ ਜਾਪ ਕਰੋ। ਕਦੀ ਪੁੱਤਰ ਪ੍ਰਾਪਤੀ ਲਈ ਬੋੜਾਂ ਉਦਾਲੇ ਕੱਚੀਆਂ ਤੰਦਾਂ ਵਲਾਈਆਂ, ਕਿਸੇ ਦੇਹਰੇ ਦੀਆਂ ਦੇਲੀਆਂ ਧੁਆਈਆਂ, ਪੱਥਰ ਦੀਆਂ ਮੂਰਤਾਂ ਪੁਜਾਈਆਂ। ਜਦੋਂ ਬੰਦੇ ਦੀ ਮਾਨਸਿਕ ਲੁੱਟ ਹੁੰਦੀ ਹੈ ਤਾਂ ਛੱਪੜ ਦੇ ਚੰਨ ਵੀ ਰਹਿਬਰ ਜਾਪਦੇ ਹਨ। ਸਿਰਫ ਚਕੋਰ ਜਾਣਦੀ ਹੈ ਕਿ ਪਰਛਾਵੇਂ ਮਹਿਬੂਬ ਨਹੀਂ ਹੁੰਦੇ, ਪਰਛਾਵੇਂ ਛਲਾਵੇ ਹੁੰਦੇ ਹਨ।
हे ਦੁਨੀਆ ਦੇ ਨੇਕ ਪੁਰਸ਼ੋ, ਜੇ ਤੁਹਾਡੇ 'ਤੇ ਅਨਾਇਤ ਹੋਈ ਹੈ, ਤੁਹਾਡੇ 'ਤੇ ਮਿਹਰ ਹੈ ਉਸ ਅਕਾਲ ਦੀ, ਤੁਹਾਡੇ ਮਨ 'ਚ ਕੋਈ ਦਰਦ ਦੀ ਕਰੂਬਲ ਫੁੱਟੀ ਹੈ, ਤਾਂ ਵਿਚੋਲਿਆਂ ਨੂੰ ਦਿਲ ਦੀ ਪਰਹੂ 'ਤੇ ਪੁੱਜਣ ਨਾ ਦਿਓ। ਇਹ ਲੋਕ ਦਲੀਲਾਂ ਦੇ ਫੋਕੇ ਖੰਡਰਾਂ ਦੀਆਂ ਗਲੀਆਂ 'ਚ ਤੁਹਾਨੂੰ ਘੁਮਾਈ ਜਾਣਗੇ ਤੇ ਆਪਣੇ ਢਿੱਡਾਂ ਦੀਆਂ ਗੋਗੜਾਂ ਵਧਾਈ ਜਾਣਗੇ। ਮਹਿਬੂਬ ਦੇ ਦੁਆਰ ਜਾਣ ਵੇਲੇ ਜਿੰਨੇ ਅਸੀਂ ਸਵੱਛ ਹੋਵਾਂਗੇ, ਜਿੰਨੇ ਨਿਰਮਲ ਹੋਵਾਂਗੇ, ਤਨੋਂ ਮਨੋਂ ਨੰਗੇ ਹੋਵਾਂਗੇ, ਭਾਵ ਦਿਲ ਦੀ ਕਾਲਖ ਤੇ ਮਨ ਦੇ ਕੀਮਤੀ ਜੇਵਰਾਤ ਤੇ ਕੱਪੜਿਆਂ ਆਦਿ ਦੇ ਹੰਕਾਰ ਤੋਂ ਮੁਕਤ ਹੋਵਾਂਗੇ, ਓਨੇ ਹੀ ਮਹਿਬੂਬ ਦੇ ਨੇੜੇ ਹੋਵਾਂਗੇ। ਜਿਵੇਂ ਗੰਗਾ 'ਚ ਕੋਈ ਨਾਮ ਸਮਾ ਕੇ ਆਪਣੀ ਹੋਂਦ ਗਵਾ ਬਹਿੰਦਾ ਹੈ, ਤਿਵੇਂ ਹੀ ਅਸੀਂ ਗਵਾਚ ਜਾਵਾਂਗੇ। ਹੋਂਦ ਨੂੰ ਗਵਾਉਣਾ ਹੀ ਨੂਰੀ ਰਹਿਬਰ ਦੇ ਘਰ ਦਾ ਰੰਗਲਾ ਦਰਵਾਜ਼ਾ ਹੈ। ਕਿਸੇ ਸੱਜ ਵਿਆਹੀ ਵਹੁਟੀ ਵਾਂਗੂ ਦਿਲ ਦੇ ਰੱਤੇ ਪਲੰਗ 'ਤੇ ਯਾਦਾਂ ਤੇ ਇੱਤਰ ਫਲੇਲ ਛਿੜਕ, ਪ੍ਰੇਮ ਦਾ ਕੱਜਲਾ ਅੱਖਾਂ 'ਚ ਪਾ ਕੇ, ਬਿਰਹੋਂ ਦੀ ਅੱਗ ਦਾ ਲਾਲ ਸੂਹਾ ਜੋੜਾ ਸਜਾ ਕੇ ਉਡੀਕ ਦੀ ਝਾਂਜਰ ਬੰਨ੍ਹ ਵਿਛੋੜੇ ਦੀ ਮਹਿੰਦੀ ਲਾ ਬਈਏ। ਉਸ ਖਸਮ ਮਾਹੀ ਪਤੀ ਪਰਮੇਸ਼ਵਰ ਦਾ ਇੰਤਜ਼ਾਰ ਕਰੀਏ ਤਾਂ ਉਹ ਪਰਮ ਪਿਆਰਾ ਲਾੜਾ ਜਿਸ ਨਾਲ ਸਾਡਾ ਰੋਮ ਰੋਮ ਵਿਆਹਿਆ ਗਿਆ ਹੋਵੇ, ਸਾਡੀ ਮਨ ਦੀ ਸੁੰਨੀ ਸੇਜ ਆ ਕੇ ਕੇਲ ਕਰਦਾ ਹੈ। ਉਸ ਨੂੰ ਯਾਦ ਕਰਨ ਲਈ ਹੋਰ ਵੀ ਰਿਸ਼ਤੇ ਨੇ, ਪਰ ਮਾਹੀ ਪਤੀ ਸ਼ਬਦ ਐਨੇ ਗਹਿਰੇ ਹਨ ਕਿ ਪਿਆਰ ਦਾ ਡੂੰਘਾਣ ਦੇ ਪ੍ਰਤੀਕ ਹਨ। ਜਿੱਥੇ ਬਾਕੀ ਰਿਸ਼ਤਿਆਂ ਦੀਆਂ ਉਮਰਾਂ ਛੋਟੀਆਂ ਹੁੰਦੀਆਂ, ਉੱਥੇ ਇਹ ਰੰਗਲਾ ਰਿਸ਼ਤਾ ਸਾਹਾਂ ਦਾ ਸਾਂਝਾ ਹੁੰਦਾ ਹੈ। ਪਤੀ ਪਿਆਰ ਹੀ ਹੈ ਜਿਸ ਅੱਗੇ ਅਸੀਂ ਸਾਰੇ ਦੇ ਸਾਰੇ ਪੰਡ ਵਾਂਗੂ ਖੁੱਲ੍ਹ ਸਕਦੇ ਹਾਂ, ਸੁਗੰਧ ਵਾਂਗੂ ਮਹਿਕ ਸਕਦੇ ਹਾਂ, ਫੁੱਲਾਂ ਵਾਂਗੂ ਖਿੜ ਸਕਦੇ ਹਾਂ। ਉਸ ਪ੍ਰਾਹੁਣੇ ਦਾ ਆਉਣਾ ਦੁੱਖਾਂ ਦਾ ਅੰਤ ਹੈ, ਉਸ ਦਾ ਆਪਣਾ ਨੂਰ ਦਾ ਖਿਲਾਰ ਹੈ। ਜਦ ਉਹ ਆਵੇ ਤਾਂ ਸੀਨਾ ਧਰਤ ਹੋਵੇ, ਜਦ ਉਹ ਆਵੇ ਤਾਂ ਦਿਲ ਚਰਨ ਧੂੜ ਹੋਵੇ। ਸਭ ਉਸ ਨੂੰ ਸਮਰਪਣ ਕਰ ਉਸ ਵਿੱਚ ਵਿਲੀਨ ਹੋ ਜਾਣ ਹੀ ਮੰਜ਼ਿਲ ਹੈ। ਸਾਡੀ ਲਗਨ ਇੰਨੀ ਪ੍ਰਬਲ ਹੋਵੇ ਕਿ ਸਾਡਾ ਤਨ ਮਨ ਉਸੇ ਦੇ ਰੂਪ ਹੋ ਜਾਵੇ। ਦਿਲ ਪਲੰਗ 'ਤੇ ਅੱਖਾਂ ਦੇ ਪਾਵੇ ਕਰ ਉਸ ਦੀ ਉਡੀਕ ਕਰੀਏ ਤਾਂ ਸਾਡਾ ਸਾਰਾ ਰੰਡਵੇਸ ਮੁੱਕ ਜਾਵੇਗਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਤੁਰਦੇ ਤੁਰਦੇ ਹਰਿਦੁਆਰ ਆ ਗਏ, ਜਿੱਥੇ ਗੰਗਾ 'ਤੇ ਮੇਲਾ ਲੱਗਿਆ ਹੋਇਆ ਸੀ। ਬਹੁਤ ਭੀੜ ਭੜੱਕਾ ਸੀ, ਚਾਰੋਂ ਦਿਸ਼ਾਵਾਂ ਤੋਂ ਹੀ ਇੱਥੇ ਲੋਕ ਆਏ ਹੋਏ ਸਨ। ਕੁੰਭ ਦਾ ਮਹਾਨ ਉਤਸਵ ਕਰਕੇ ਬਹੁਤ ਲੋਕ ਇਕੱਠੇ ਹੋਏ ਸਨ। ਉਹਨਾਂ 'ਚ ਗੁਰੂ ਜੀ ਵੀ ਬੈਠ ਗਏ। ਵੇਖਿਆ ਕਿ ਇਹਨਾਂ ਲੋਕਾਂ ਨੇ ਕਿਸੇ ਕਿਸਮ ਦੇ ਵਿਕਾਰਾਂ 'ਤੇ ਕਾਬੂ ਨਹੀਂ ਪਾਇਆ। ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਮੇਂ ਗੁਰੂ ਜੀ ਨੇ ਵੇਖਿਆ ਕਿ ਲੱਖਾਂ ਹੀ ਲੋਕ ਸੂਰਜ ਦੇਵਤਾ ਨੂੰ ਪਾਣੀ ਦੇ ਰਹੇ ਹਨ, ਸੂਰਜ ਵੱਲ ਮੂੰਹ ਕਰਕੇ ਪਾਣੀ ਉਛਾਲ ਰਹੇ ਨੇ, ਤਾਂ ਜਿਵੇਂ ਕੋਈ ਬੱਚਾ ਕੋਈ ਸ਼ਰਾਰਤ ਕਰਦਾ ਏ। ਗੁਰੂ ਜੀ ਇਹਨਾਂ ਮੂਰਖ ਲੋਕਾਂ ਨੂੰ ਧਿਆਨ ਨਾਲ ਵੇਖਦੇ ਰਹੇ ਅਤੇ ਫਿਰ ਆਪ ਉਹਨਾਂ ਲੋਕਾਂ ਤੋਂ ਉਲਟ ਪੱਛਮ ਵੱਲ ਮੂੰਹ ਕਰਕੇ ਉਹਨਾਂ ਵਾਂਗੂ ਪਾਣੀ ਉਛਾਲਣ ਲੱਗੇ। ਗੁਰੂ ਜੀ ਨੇ ਆਪਣੇ ਧਿਆਨ ਮਗਨ ਵੇਖ ਕੇ ਬਹੁਤ ਸਾਰੇ ਲੋਕਾਂ ਦਾ ਧਿਆਨ ਉਹਨਾਂ ਵੱਲ ਹੋਣ ਲੱਗਾ ਤਾਂ ਬਹੁਤੇ ਲੋਕ ਹੈਰਾਨ ਹੋਣ ਲੱਗੇ। ਇਹ ਅਨੋਖਾ ਆਦਮੀ ਕੌਣ ਹੋਵੇਗਾ? ਨਾ ਹਿੰਦੂ ਜਾਪਦਾ ਏ, ਨਾ ਮੁਸਲਮਾਨ। ਪੂਰਬ ਦੀ ਤਰਫ ਮੂੰਹ ਕਰਕੇ ਪਾਣੀ ਦੇਣ ਦੀ ਰੀਤ ਬੜੀ ਪੁਰਾਣੀ ਹੈ। ਇਹ ਕੌਣ ਹੈ ਜੋ ਨਵੀਆਂ ਲੀਹਾਂ ਪਾ ਰਿਹਾ ਏ? ਤਾਂ ਕਈ ਲੋਕਾਂ ਨੇ ਗੁਰੂ ਜੀ ਨੂੰ ਆ ਕੇ ਪੁੱਛਿਆ ਕਿ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਤਾਂ ਗੁਰੂ ਜੀ ਕੁਝ ਚਿਰ ਤੇ ਬੋਲੇ ਨਹੀਂ ਤੇ ਨਾ ਹੀ ਕਿਸੇ ਦੀ ਤਰਫ ਧਿਆਨ ਦਿੱਤਾ। ਜਦੋਂ ਲੋਕ ਵਾਰ-ਵਾਰ ਇਹ ਪੁੱਛਣ ਲੱਗੇ ਤੇ ਗੁਰੂ ਜੀ ਉਦਾਲੇ ਭੀੜ ਇਕੱਠੀ ਹੋ ਗਈ। ਗੁਰੂ ਜੀ ਨੇ ਪਾਣੀ ਸੁੱਟਣਾ ਬੰਦ ਕੀਤਾ ਤੇ ਉਹਨਾਂ ਨੂੰ ਪੁੱਛਣ ਲੱਗੇ, ਭਲੇ ਲੋਕੋ, ਮੈਨੂੰ ਕੀ ਪੁੱਛਦੇ ਹੋ? ਤੁਸੀਂ ਵੀ ਤੇ ਪਾਣੀ ਦੇ ਰਹੇ ਹੋ। ਤਾਂ ਲੋਕਾਂ 'ਚ ਬਹੁਤੇ ਹੱਸਣ ਲੱਗੇ ਤੇ ਕੁਝ ਨੇ ਆਖਿਆ, ਹੇ ਭਾਈ, ਅਸੀਂ ਤਾਂ ਸੂਰਜ ਨੂੰ ਪਾਣੀ ਦੇ ਰਹੇ ਹਾਂ, ਸੂਰਜ ਦੇਵਤਾ ਵੱਲ ਮੂੰਹ ਕਰਕੇ। ਤਾਂ ਗੁਰੂ ਜੀ ਨੇ ਆਖਿਆ, ਹੇ ਭਾਈ, ਹੱਸੋ ਨਹੀਂ। ਮੈਂ ਪੱਛਮ ਵੱਲ ਨੂੰ ਆਪਣਾ ਮੂੰਹ ਜਾਣ ਬੁੱਝ ਕੇ ਕੀਤਾ ਹੈ, ਕਿਉਂਕਿ ਮੇਰੀ ਖੇਤੀ ਕਰਤਾਰਪੁਰ ਵਿੱਚ ਹੈ। ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ। ਤਾਂ ਬਹੁਤੇ ਲੋਕਾਂ ਨੇ ਆਖਿਆ, ਤੁਸੀਂ ਐਵੇਂ ਵਿਅਰਥ ਹੀ ਸਮਾਂ ਬਰਬਾਦ ਕਰ ਰਹੇ ਹੋ। ਤੁਸੀਂ ਪੰਜਾਬ ਆਪਣੀ ਫਸਲ ਦੱਸਦੇ ਹੋ ਤੇ ਇੱਥੋਂ ਪੰਜਾਬ ਬੜੀ ਦੂਰ ਹੈ। ਇੱਥੋਂ ਖਲੋ ਕੇ ਤੁਹਾਡੇ ਦੁਆਰਾ ਸੁੱਟਿਆ ਪਾਣੀ ਕਿੱਥੋਂ ਤੱਕ ਪੁੱਜੇਗਾ? ਤਾਂ ਗੁਰੂ ਜੀ ਨੇ ਕਿਹਾ, ਮੈਨੂੰ ਭੁਲੱਕੜ ਸਮਝਣ ਵਾਲੇ ਲੋਕੋ, ਤੁਹਾਨੂੰ ਪਰਮਾਤਮਾ ਭੁੱਲਿਆ ਹੈ। ਤੁਸੀਂ ਉਸ ਦੀ ਸਿਫਤ ਸਲਾਹ ਨੂੰ ਮੰਨੋ ਵਿਸਾਰ ਦਿੱਤਾ ਹੈ। ਜੇ ਮੈਂ ਪੰਜਾਬ ਤੱਕ ਪਾਣੀ ਨਹੀਂ ਭੇਜ ਸਕਦਾ ਤਾਂ ਤੁਸੀਂ ਹਜ਼ਾਰਾਂ ਯੋਜਨ ਦੁਆਰਾ
ਸੂਰਜ ਦੇਵਤਾ ਤੇ ਆਪਣੇ ਪਿੱਤਰਾਂ ਤੱਕ ਕੀਕਣ ਪਹੁੰਚਾ ਸਕਦੇ ਹੋ। ਤੁਹਾਨੂੰ ਅਗਿਆਨਤਾ ਨੇ ਬਲੁੰਦਰ ਸੁੱਟਿਆ ਹੈ, ਮੂਰਖਤਾ ਨੇ ਤੁਹਾਡੀਆਂ ਅਕਲਾਂ ਨੂੰ ਚੱਟ ਲਿਆ ਹੈ। ਕੁਝ ਅਕਲਾਂ ਤੋਂ ਕੰਮ ਲਵੋ, ਪਰਮਾਤਮਾ ਅਕਾਲ ਪੁਰਖ ਦਾ ਸਿਮਰਨ ਕਰੋ। ਤੁਹਾਡੇ ਮਨਾਂ 'ਤੇ ਹਨੇਰਾ ਛਾਇਆ ਏ, ਤੁਹਾਡੀ ਆਤਮਾ ਨੂੰ ਭਰਮਾਂ ਨੇ ਗ੍ਰਸਿਆ ਹੋਇਆ ਏ। ਗੁਰੂ ਜੀ ਨੇ ਕਿਹਾ, ਜੇ ਇਸ ਤਰ੍ਹਾਂ ਪਾਖੰਡ ਕਰੋਗੇ ਤਾਂ ਅਧੋਗਤੀ ਨੂੰ ਪ੍ਰਾਪਤ ਹੋਵੋਗੇ। ਗੁਰੂ ਜੀ ਲਾਗੇ ਬੈਠਿਆਂ 'ਚੋਂ ਇੱਕ ਨੇ ਕਿਹਾ, ਤੇਰਾ ਮਨ ਤੇ ਮੁਲਤਾਨ ਵਿੱਚ ਘੁੰਮ ਰਿਹਾ ਸੀ। ਦੂਜੇ ਨੂੰ ਕਿਹਾ, ਤੇਰਾ ਮਨ ਕਾਬਲ 'ਚ, ਤੇ ਇੱਕ ਹੋਰ ਨੂੰ ਆਖਿਆ ਕਿ ਤੇਰਾ ਮਨ ਦਿੱਲੀ 'ਚ ਘੁੰਮ ਰਿਹਾ ਸੀ। ਤੇ ਤੁਸੀਂ ਲਾਭ ਚਾਹੁੰਦੇ ਹੋ। ਜਦੋਂ ਸਾਰਿਆਂ ਦੀਆਂ ਮਨੋਬਿਰਤੀਆਂ ਉਹਨਾਂ ਸਾਹਮਣੇ ਰੱਖੀਆਂ ਤਾਂ ਉਹਨਾਂ ਲੋਕਾਂ ਜਾਣ ਲਿਆ ਕਿ ਇਹ ਕੋਈ ਪਰਮੇਸ਼ਵਰ ਪਿਆਰਾ ਹੈ। ਤਾਂ ਸਭ ਲੋਕ ਦੀਨ ਹੋ ਕੇ ਆਖਣ ਲੱਗੇ, ਅਸੀਂ ਤੁਸਾਂ ਨੂੰ ਪਛਾਣ ਨਹੀਂ ਸਕੇ। ਤੁਸੀਂ ਤੇ ਭੁੱਲਿਆਂ ਨੂੰ ਰਸਤੇ ਪਾਉਣ ਵਾਲੇ ਹੋ। ਅਸੀਂ ਤੁਹਾਡੇ ਅੱਜ ਤੋਂ ਦਾਸ ਹੋਏ ਤੇ ਤੁਸੀਂ ਸਾਡੇ ਗੁਰੂ। ਤਾਂ ਗੁਰੂ ਜੀ ਕਿਹਾ, ਤੁਸਾਂ ਤੇ ਅੱਗੇ ਹੀ ਬਥੇਰੇ ਗੁਰੂ ਬਣਾਏ ਨੇ, ਪਰ ਮਨ ਤੁਹਾਡੇ ਮਲੀਨ ਨੇ। ਤਾਂ ਉਹ ਚਰਨਾਂ ਨਾਲ ਲਿਪਟ ਗਏ। ਆਖਣ ਲੱਗੇ, ਗੁਰੂ ਜੀ ਇੰਝ ਆਕੇ ਸਾਨੂੰ ਮਨੋਂ ਨਾ ਭੁਲਾਓ। ਤਾਂ ਗੁਰੂ ਜੀ ਆਖਿਆ, ਹੇ ਭਲੇ ਪੁਰਸ਼ੋ, ਤੁਹਾਡੇ ਮਨਾਂ ਨੂੰ ਸੱਚੇ ਪ੍ਰਮਾਤਮਾ ਦੀ ਸੋਝੀ ਦੀ ਲੋੜ ਹੈ। ਆਖ ਕੇ ਗੁਰੂ ਜੀ ਨੇ ਭੋਜਨ ਵਾਸਤੇ ਬੇਨਤੀ ਕੀਤੀ। ਖੱਤਰੀ ਅਤੇ ਬ੍ਰਾਹਮਣ ਕੱਪੜੇ ਉਤਾਰ ਕੇ ਚੌਂਕੇ 'ਚ ਆ ਬੈਠ ਗਏ। ਗੁਰੂ ਜੀ ਦੇ ਪੈਰਾਂ ਨੂੰ ਹੱਥ ਲਾ ਕੇ ਕਾਰ ਕੱਢੀ। ਤਾਂ ਗੁਰੂ ਜੀ ਨੇ ਪੁੱਛਿਆ, ਇਹ ਤੁਸੀਂ ਕੀ ਕਰਦੇ ਹੋ? ਕਾਰਾਂ ਕਿਉਂ ਕੱਢਦੇ ਹੋ? ਤਾਂ ਉਹਨਾਂ ਬ੍ਰਾਹਮਣਾਂ ਕਿਹਾ, ਜੀ ਅਸੀਂ ਤੁਹਾਨੂੰ ਸੁਚਮ ਨਾਲ ਭੋਜਨ ਛਕਾਵਾਂਗੇ। ਗੋਬਰ ਦਾ ਚੌਂਕਾ ਦਿੱਤਾ ਗਿਆ ਹੈ, ਤੁਹਾਡੇ ਲਾਗੇ ਹੋਰ ਕਿਸੇ ਨੂੰ ਨਹੀਂ ਆਉਣ ਦਿੱਤਾ ਜਾਵੇਗਾ। ਅਨਾਜ ਨੂੰ ਚੰਗੀ ਤਰ੍ਹਾਂ ਸੋਧ ਕੇ, ਲੱਕੜਾਂ ਨੂੰ ਧੋ ਕੇ ਚੰਗੀ ਤਰ੍ਹਾਂ ਇਹ ਭੋਜਨ ਤੁਸਾਂ ਵਾਸਤੇ ਉੱਤਮ ਵਿਧੀ ਨਾਲ ਤਿਆਰ ਕਰਵਾਇਆ ਗਿਆ ਹੈ। ਤਾਂ ਗੁਰੂ ਜੀ ਕਿਹਾ, ਤੁਹਾਡਾ ਚੌਂਕਾ ਤਾਂ ਭਿੱਟਿਆ ਗਿਆ ਹੈ। ਤਾਂ ਉਹਨਾਂ ਪੰਡਤਾਂ ਆਖਿਆ, ਮਹਾਰਾਜ ਜੀ, ਸਾਡਾ ਚੌਂਕਾ ਕਿਸ ਤਰ੍ਹਾਂ ਭਿੱਟ ਹੋ ਗਿਆ? ਤਾਂ ਗੁਰੂ ਜੀ ਨੇ ਕਿਹਾ, ਜਦੋਂ ਤੁਸੀਂ ਇੱਥੇ ਆ ਗਏ ਤਾਂ ਚੌਂਕਾ ਭਿੱਟ ਹੋ ਗਿਆ। ਤੁਸਾਂ ਭਿੱਟ ਦਿੱਤਾ ਹੈ। ਤਦ ਉਹਨਾਂ ਆਖਿਆ, ਗੁਰੂ ਜੀ, ਇਹ ਕਿਸ ਤਰ੍ਹਾਂ ਹੋ ਗਿਆ? ਅਸਾਂ ਤਾਂ ਸਾਰੀ ਰਸੋਈ ਸੁਚਮ ਨਾਲ ਤਿਆਰ ਕੀਤੀ ਹੈ। ਗੁਰੂ ਜੀ ਨੇ ਕਿਹਾ, ਇਹਨਾਂ ਚੌਹਾਂ ਦੇ ਚਰਨ ਨਾਲ ਚੌਂਕਾ ਭਿੱਟਿਆ ਗਿਆ ਹੈ। ਤਾਂ ਉਹਨਾਂ ਪੰਡਤਾਂ ਕਿਹਾ, ਗੁਰੂ ਜੀ, ਫਿਰ ਦੱਸੋ ਰਸੋਈ ਕਿਸ ਤਰ੍ਹਾਂ ਪਵਿੱਤਰ ਹੋ ਸਕਦੀ ਹੈ? ਗੁਰੂ ਜੀ ਨੇ ਕਿਹਾ, ਇਉਂ ਚੌਂਕਾ ਪਵਿੱਤਰ ਹੁੰਦਾ ਹੈ। ਤੁਸੀਂ ਆਪਣੇ ਮਨਾਂ ਅੰਦਰ ਸੰਜਮ ਕਰਨੀ ਦੀਆਂ ਕਾਰਾਂ ਪਰਮਾਤਮਾ ਦੇ ਨਾਂ ਰੂਪੀ ਨਹਾਉਣਾ ਆਪਣੇ ਹਿਰਦੇ 'ਚ ਵਤਾਰੋ, ਤੁਹਾਡੇ ਮਨਾਂ ਦੀ ਮਲੀਨਤਾ ਦੂਰ ਹੋ ਜਾਵੇਗੀ। ਤਾਂ ਉਹਨਾਂ ਸਭਨਾਂ ਨੇ ਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਪ੍ਰਭੂ ਸਾਡੇ 'ਤੇ ਕਿਰਪਾ ਕਰੋ, ਸਾਨੂੰ ਬੁੱਧੀ ਬਖਸ਼ੋ ਜੋ ਸਾਡੇ ਮਨਾਂ 'ਚੋਂ ਵਿਕਾਰਾਂ ਦਾ ਨਾਸ਼ ਹੋ ਜਾਵੇ। ਫਿਰ ਰਾਤ ਹੋ ਗਈ ਤਾਂ ਗੰਗਾ ਇਸਤਰੀ ਰੂਪ ਧਾਰਨ ਕਰਕੇ ਗੁਰੂ ਜੀ ਦੀ ਸ਼ਰਨ ਆਈ। ਉਹਨਾਂ ਨੇ ਸੋਨੇ ਦੀ ਥਾਲ ਹੀਰੇ ਜਵਾਹਰਾਤ ਨਾਲ ਭਰਿਆ ਹੋਇਆ ਹੱਥਾਂ 'ਚ ਫੜਿਆ ਸੀ ਤੇ ਗੁਰੂ ਜੀ ਦੇ ਚਰਨ ਬੇਨਤੀ ਕਹਿਣ ਲੱਗੀ, ਹੇ ਪ੍ਰਭੂ, ਘੋਰ ਕਲਯੁਗ ਹੈ, ਇੰਨੇ ਪਾਪ ਮੈਥੋਂ ਸਹੇ ਨਹੀਂ ਜਾਂਦੇ। ਕਿਰਪਾ ਕਰਕੇ ਮੇਰੇ 'ਤੇ ਕਿਰਪਾ ਕਰੋ, ਕੋਈ ਉਪਾਅ ਮੈਨੂੰ ਨਿਮਾਣੀ ਨੂੰ ਦੱਸੋ। ਤਾਂ ਗੁਰੂ ਜੀ ਨੇ ਕਿਹਾ, ਹੇ ਗੰਗਾ, ਜੋ ਪਰਮਾਤਮਾ ਦੇ ਪਿਆਰੇ ਮੁਕਤੇ ਹਨ, ਜਦੋਂ ਉਹ ਤੇਰੇ 'ਚ ਪੈਰ ਪਾਉਣਗੇ ਤਾਂ ਤੇਰਾ ਜਲ ਇਸ ਤਰ੍ਹਾਂ ਸਾਫ਼ ਹੋ ਜਾਵੇਗਾ ਜਿਵੇਂ ਕੱਤਕ 'ਚ ਆਕਾਸ਼ ਸਾਫ਼ ਹੋ ਜਾਂਦਾ ਹੈ। ਜੋ ਪਰਮਾਤਮਾ ਪਿਆਰੇ ਸੰਤ ਹਨ, ਉਹਨਾਂ ਦੇ ਲੱਛਣ ਹਨ, ਉਹ ਇਸ ਸੰਸਾਰ ਨੂੰ ਨਾਸ਼ਵਾਨ ਜਾਣਦੇ ਹਨ, ਹਰਖ ਸੋਗ 'ਚ ਸਦਾ ਸਮਾਨ ਰਹਿੰਦੇ ਹਨ, ਮਿੱਠੀ ਤੇ ਪਰਉਪਕਾਰੀ ਬੋਲੀ ਬੋਲਦੇ ਹਨ, ਪਰਾਏ ਦੁੱਖ ਵੇਖ ਕੇ ਉਹ ਦੁਖੀ ਹੋ ਜਾਂਦੇ ਹਨ, ਦੂਜੇ ਨੂੰ ਖੁਸ਼ ਵੇਖ ਕੇ ਉਹ ਖੁਸ਼ ਹੋ ਜਾਂਦੇ ਹਨ, ਪਰਮਾਤਮਾ 'ਚ ਸਿਫਤ ਹੋਏ ਕਿਸੇ ਤਰ੍ਹਾਂ ਦੇ ਵੀ ਮੋਹ ਆਦਿ 'ਚ ਲਿਪਤ ਨਹੀਂ ਹੁੰਦੇ। ਤਾਂ ਗੰਗਾ ਨੇ ਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕੀਤਾ ਤੇ ਆਖਿਆ, ਪ੍ਰਭੂ, ਇਹ ਮੇਰੀ ਭੇਟਾ ਕਬੂਲ ਕਰੋ। ਤਾਂ ਗੁਰੂ ਜੀ ਨੇ ਕਿਹਾ, ਗੰਗਾ, ਇਹ ਮਾਇਆ ਮੇਰੇ ਕਿਸੇ ਕੰਮ ਨਹੀਂ ਹੈ, ਤੁਸੀਂ ਭੰਡਾਰਾ ਕਰ ਸਭ ਨੂੰ ਪ੍ਰਸ਼ਾਦਾ ਛਕਾ ਦਿਓ। ਤਾਂ ਗੰਗਾ ਨੇ ਦਿਨ 'ਚ ਸਭ ਨੂੰ ਭੰਡਾਰਾ ਕੀਤਾ। ਸਭ ਦੇਵੀ ਦੇਵਤਿਆਂ ਨੂੰ ਨਿਮੰਤਰਣ ਕੀਤਾ ਗਿਆ। ਬਹੁਤ ਪ੍ਰਕਾਰ ਦੇ ਭੋਜਨ ਬਣਾਏ ਗਏ। ਬ੍ਰਹਮਾ ਜੀ, ਨਾਰਦ ਜੀ, ਪਾਰਵਤੀ ਨੂੰ ਨਾਲ ਲੈ ਕੇ ਸ਼ਿਵ ਜੀ, ਚੰਦਰਮਾ, ਸੂਰਜ, ਸੰਦਾਇਕ, ਅਗਨੀ, ਵਰੁਣ, ਕੁਬੇਰ, ਵਾਯੂ, ਗਣੇਸ਼, ਇੰਦਰ ਆਦਿ ਸਾਰੇ ਹੀ ਦੇਵਤੇ ਗੰਗਾ ਜੀ ਦੇ ਆਏ। ਸਾਰੇ ਦੇਵਤੇ ਆਪਣੇ ਰੂਪ ਵਟਾ ਕੇ ਉੱਥੇ ਆਏ। ਗੁਰੂ ਜੀ ਨੇ ਆਪਣੇ ਹੱਥਾਂ 'ਚ ਜਲ ਲੈ ਕੇ ਸਭ ਦੇ ਚਰਨ ਧੋਣ ਦੀ ਸੇਵਾ ਕੀਤੀ। ਇਸ ਤਰ੍ਹਾਂ ਸਭ ਨੇ ਬੜੇ ਸ਼ਰਧਾ ਪ੍ਰੇਮ ਨਾਲ ਭੋਜਨ ਛਕਿਆ। ਸਭ ਆਪਣੇ ਆਪਣੇ ਲੋਕ 'ਚ ਚਲੇ ਗਏ।
ਗੁਰੂ ਜੀ ਨੂੰ ਨਮਸਕਾਰ ਕਰਕੇ ਗੰਗਾ ਵੀ ਪ੍ਰਵਾਹ 'ਚ ਪ੍ਰਵੇਸ਼ ਕਰ ਗਈ। ਜਿਸ ਤਰ੍ਹਾਂ ਬਰਫ਼ ਦਾ ਡਲਾ ਹਵਾ ਲੱਗਣ ਨਾਲ ਪਾਣੀ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਗੰਗਾ ਪ੍ਰਵਾਹ 'ਚ ਸਮਾ ਗਈ। ਤਾਂ ਗੁਰੂ ਨਾਨਕ ਦੇਵ ਜੀ ਨੇ ਬਾਲੇ ਨੂੰ ਆਖਿਆ, ਚੱਲ ਬਾਲੇ, ਤੈਨੂੰ ਬਿਰਜ ਭੂਮੀ ਦੇ ਦਰਸ਼ਨ ਕਰਾ ਲਿਆਈਏ, ਜਿੱਥੇ ਕੰਸ ਨੂੰ ਮਾਰਨ ਵਾਸਤੇ ਸ਼੍ਰੀ ਕ੍ਰਿਸ਼ਨ ਜੀ ਨੇ ਅਵਤਾਰ ਧਾਰਿਆ ਸੀ ਤੇ ਯਸ਼ੋਦਾ ਦੇ ਘਰ ਰਹਿ ਕੇ ਅਨੇਕਾਂ ਚੋਜ ਕੀਤੇ। ਇੱਥੇ ਹੀ ਸੂਰਜ ਦੀ ਪੁੱਤਰੀ ਜਮੁਨਾ ਬਹਿ ਰਹੀ ਹੈ, ਜਿਸ ਦੇ ਕਿਨਾਰੇ ਕ੍ਰਿਸ਼ਨ ਜੀ ਤਪ ਕਰ ਰਹੇ ਸਨ ਤੇ ਇਹਨਾਂ ਪਹਾੜਾਂ 'ਤੇ ਗਊਆਂ ਚਰਾਉਂਦੇ ਰਹੇ। ਅਨੇਕਾਂ ਤਰ੍ਹਾਂ ਦੇ ਕੌਤਕ ਕੀਤੇ, ਗਵਾਲਿਆਂ ਨਾਲ ਮਿਲ ਕੇ ਦੁਸ਼ਮਣਾਂ ਦਾ ਨਾਸ਼ ਕੀਤਾ। ਹਾਲੇ ਇਸ ਤਰ੍ਹਾਂ ਗੱਲਾਂ ਹੀ ਪਏ ਕਰਦੇ ਸਾਂ ਤਾਂ ਸਾਹਮਣੇ ਬ੍ਰਿਜ ਭੂਮੀ ਦਿਸਣ ਲੱਗੀ। ਇੱਕ ਪਰਬਤ ਵੇਖ ਕੇ ਗੁਰੂ ਜੀ ਬੈਠ ਗਏ। ਗੁਰੂ ਜੀ ਆਖਿਆ, ਮਰਦਾਨਿਆਂ, ਜਮੁਨਾ ਕਿਨਾਰੇ ਇਹ ਹੀ ਪਰਬਤ ਹੈ, ਦੂਜੇ ਪਰਬਤ ਇੱਥੋਂ ਦੂਰ ਹਨ। ਮਰਦਾਨੇ ਪੁੱਛਿਆ, ਗੁਰੂ ਜੀ, ਇਹ ਪਰਬਤ ਇਕੱਲਾ ਇੱਥੇ ਕਿਉਂ ਹੈ? ਤਾਂ ਗੁਰੂ ਜੀ ਆਖਿਆ, ਜਦੋਂ ਸ਼੍ਰੀ ਭਗਵਾਨ ਰਾਮ ਚੰਦਰ ਜੀ ਸਮੁੰਦਰ 'ਤੇ ਪੁਲ ਬੰਨ੍ਹਿਆ ਸੀ, ਜਦੋਂ ਪੁਲ ਬੱਝ ਗਿਆ ਤਾਂ ਹਨੂਮਾਨ ਇਸ ਪਹਾੜ ਨੂੰ ਚੁੱਕ ਲਿਆਇਆ। ਤਾਂ ਸ਼੍ਰੀ ਰਾਮ ਚੰਦਰ ਨੇ ਆਖਿਆ, ਹੁਣ ਹੋਰ ਪਹਾੜ ਸਮੁੰਦਰ 'ਚ ਨਹੀਂ ਸੁੱਟੋ। ਪੁਲ ਬਣ ਗਿਆ ਤੇ ਜਦੋਂ ਹਨੂਮਾਨ ਜੀ ਆਖਣ ਲੱਗੇ, ਮੈਂ ਇਸ ਪਰਬਤ ਨੂੰ ਛੱਡ ਕੇ ਨਹੀਂ ਆ ਸਕਦਾ, ਜਦੋਂ ਮੈਂ ਇੱਥੋਂ ਤੁਰਦਾ ਹਾਂ ਤਾਂ ਇਹ ਪਰਬਤ ਮੇਰੇ ਹਾੜੇ ਕੱਢਦਾ ਹੈ, ਮੈਨੂੰ ਵੀ ਸ਼੍ਰੀ ਰਾਮ ਚੰਦਰ ਦੇ ਚਰਨਾਂ 'ਚ ਲੈ ਚੱਲੋ, ਹੋਰ ਕਿਸੇ ਥਾਂ ਜਾਣ ਲਈ ਪਰਬਤ ਤਿਆਰ ਨਹੀਂ ਹੈ। ਤਾਂ ਸ਼੍ਰੀ ਰਾਮ ਭਗਵਾਨ ਜੀ ਨੇ ਆਖਿਆ, ਉਸ ਪਰਬਤ ਨੂੰ ਉੱਥੇ ਹੀ ਰਹਿਣ ਦਿਓ, ਜਦ ਮੈਂ ਦੁਆਪਰ 'ਚ ਆਵਾਂਗਾ ਤਾਂ ਇਸ ਪਰਬਤ 'ਤੇ ਹੀ ਬਹੁਤ ਚਿਰ ਵਿਚਰਾਂਗਾ, ਇਸ ਕਰਕੇ ਇਸ ਨੂੰ ਇੱਥੇ ਹੀ ਰਹਿਣ ਦਿਓ। ਤਦ ਦਾ ਇਹ ਪਰਬਤ ਇੱਥੇ ਹੈ। ਇਸ ਧਰਤੀ 'ਤੇ ਸ਼੍ਰੀ ਰਾਮ ਜੀ ਨੇ ਬਾਲਾ ਤੇ ਗੋਪੀਆਂ ਨਾਲ ਮਿਲ ਕੇ ਖੇਲ ਖੇਲੇ ਹਨ। ਇਸ ਪਰਬਤ ਨੂੰ ਸ਼੍ਰੀ ਕ੍ਰਿਸ਼ਨ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਵੇਲੇ ਜਮੁਨਾ 'ਤੇ ਮੇਲਾ ਲੱਗਿਆ ਹੋਇਆ ਸੀ। ਦੂਰੋਂ ਦੂਰੋਂ ਲੋਕ ਇਸ ਮੇਲੇ ਦੀ ਰੌਣਕ ਵਧਾਉਣ ਆਏ। ਗੁਰੂ ਜੀ ਉਹਨਾਂ ਲੋਕਾਂ ਦੀ ਅਗਿਆਨਤਾ, ਭਰਮ ਵਹਿਮਾਂ ਨੂੰ ਵੇਖ ਰਹੇ ਸਨ, ਕਿਉਂਕਿ ਇਹਨਾਂ ਲੋਕਾਂ 'ਤੇ ਕਲਯੁਗ ਆਪਣਾ ਪ੍ਰਭਾਵ ਪਾ ਰਿਹਾ ਸੀ। ਪਖੰਡ ਕਰਕੇ ਲੋਕਾਂ ਨੂੰ ਵਿਖਾ ਰਹੇ ਹਨ। ਕਈ ਲੜਕੇ ਰਾਧਾ ਦਾ ਭੇਸ਼ ਬਣਾ ਕੇ ਕ੍ਰਿਸ਼ਨ ਰਾਧਾ ਵਾਂਗੂ ਰਾਸਲੀਲਾ ਦਾ ਸੰਗ ਕਰ ਰਹੇ ਹਨ। ਇਹਨਾਂ ਅਸ਼ਲੀਲ ਹਰਕਤਾਂ ਨੂੰ ਜਦੋਂ ਆਮ ਲੋਕ ਵੇਖਦੇ ਤਾਂ ਉਹਨਾਂ ਦੇ ਮਨਾਂ 'ਚ ਕੁਕਰਮ ਭਾਵਨਾ ਉਤਪੰਨ ਹੁੰਦੀ ਹੈ। ਗੁਰੂ ਜੀ ਪਾਸ ਲੋਕ ਇਕੱਠੇ ਹੋ ਗਏ। ਕੁਝ ਲੋਕਾਂ ਨੇ ਗੁਰੂ ਜੀ ਨੂੰ ਕਿਹਾ, ਆਪ ਵਿਦਵਾਨ ਸੰਤ ਜਾਪਦੇ ਹੋ, ਸਾਨੂੰ। ਤਾਂ ਗੁਰੂ ਜੀ ਨੇ ਕਿਹਾ, ਭਾਈ, ਸੂਰਜ, ਚੰਦਾ, ਤਾਰੇ ਜਿਸ ਤਰ੍ਹਾਂ ਤ੍ਰੇਤਾ 'ਚ ਸਨ, ਉਸੇ ਤਰ੍ਹਾਂ ਦੁਆਪਰ ਯੁੱਗ 'ਚ ਸਨ। ਕਲਯੁਗ 'ਚ ਮਨੁੱਖਾਂ ਦੀ ਬਿਰਤੀ ਮਲੀਨ ਹੈ, ਉਮਰ ਥੋੜ੍ਹੀ ਹੈ। ਜਿਸ ਤਰ੍ਹਾਂ ਵਰਖਾ 'ਚ ਬੁਲਬੁਲੇ ਪੈਦਾ ਹੁੰਦੇ ਹਨ, ਖਤਮ ਹੋ ਜਾਂਦੇ ਹਨ, ਇਸ ਤਰ੍ਹਾਂ ਹੀ ਕਲਯੁਗੀ ਜੀਵਾਂ ਦੀ ਗਤੀ ਹੈ। ਨਾ ਕਿਸੇ ਦਾ ਜਤ ਹੈ, ਨਾ ਸਤ ਹੈ, ਨਾ ਹੀ ਤਪ ਹੈ। ਜੇ ਕੋਈ ਨਾਮ ਜਪਦਾ ਵੀ ਹੈ ਤਾਂ ਲੋਕ ਉਸ ਨੂੰ ਸਮਝਦਾ ਨਹੀਂ, ਕੁਰਾਈਆ ਆਖਦੇ ਹਨ। ਸਤਯੁਗ 'ਚ ਜੇ ਇੱਕ ਪਾਪੀ ਹੁੰਦਾ ਸੀ ਤਾਂ ਸਭ ਨੂੰ ਫਲ ਭੁਗਤਣਾ ਪੈਂਦਾ ਸੀ। ਤ੍ਰੇਤੇ 'ਚ ਸਾਰੀ ਨਗਰੀ ਨੂੰ ਭੁਗਤਣਾ ਪੈਂਦਾ ਸੀ, ਦੁਆਪਰ 'ਚ ਸਾਰੀ ਕੁੱਲ ਨੂੰ, ਤੇ ਕਲਯੁਗ 'ਚ ਜਿਹੜਾ ਪਾਪ ਕਰਦਾ ਹੈ ਉਸੇ ਨੂੰ ਹੀ ਭੁਗਤਣਾ ਹੈ। ਹੇ ਭਾਈ ਸਿੱਖੋ, ਨਾਮ ਤੋਂ ਬਿਨਾਂ ਕਲਯੁਗ ਵਿੱਚ ਪਾਰ ਉਤਾਰਾ ਨਹੀਂ ਹੈ। ਪਰਮਾਤਮਾ ਦੀ ਸੱਚੇ ਦਿਲੋਂ ਕੀਤੀ ਉਸਤਤੀ ਤਤਕਾਲ ਹੀ ਆਦਮੀ ਦਾ ਆਧਾਰ ਕਰ ਦਿੰਦੀ ਹੈ। ਪਾਖੰਡੀਆਂ ਨੂੰ ਸਜ਼ਾ ਮਿਲਦੀ ਹੈ, ਭੇਖੀਆਂ ਨੂੰ ਵੀ ਫਲ ਭੁਗਤਣਾ ਪੈਂਦਾ ਹੈ। ਜਿਨ੍ਹਾਂ ਦੇ ਮਨ ਹੋਰ ਤੇ ਮੂੰਹ ਹੋਰ ਹੁੰਦੇ ਹਨ, ਜਿਸ ਤਰ੍ਹਾਂ ਮੋਰ ਵੇਖਣ ਨੂੰ ਬੜਾ ਖੂਬਸੂਰਤ ਹੁੰਦਾ ਹੈ ਤੇ ਬੋਲੀ ਵੀ ਬੜੀ ਮਿੱਠੀ ਬੋਲਦਾ ਹੈ, ਪਰ ਉਹ ਚੰਗੇ ਚੰਗੇ ਜੀਵਾਂ ਨੂੰ ਚੁਣ ਚੁਣ ਖਾਂਦਾ ਹੈ, ਆਪਣੀ ਖੁਰਾਕ ਬਣਾਉਂਦਾ ਹੈ। ਤਾਂ ਪੰਡਤ ਲੋਕਾਂ ਨੇ, ਵਿਦਵਾਨਾਂ ਨੇ ਗੁਰੂ ਜੀ ਨੂੰ ਸਵਾਲ ਕੀਤਾ, ਤੁਸੀਂ ਕਿਸ ਚੀਜ਼ ਦੀ ਪੂਜਾ ਕਰਦੇ ਹੋ, ਕਿਸ ਭੇਖ ਨੂੰ ਤੁਸੀਂ ਮੰਨਦੇ ਹੋ? ਤਾਂ ਗੁਰੂ ਨਾਨਕ ਜੀ ਨੇ ਜਵਾਬ ਦਿੱਤਾ ਕਿ ਮੈਂ ਨਿਰਗੁਣ ਸਰਗੁਣ ਨੂੰ ਇੱਕੋ ਹੀ ਸਮਝਦਾ ਹਾਂ। ਇਹਨਾਂ ਵਿੱਚ ਕੋਈ ਭੇਦ ਨਹੀਂ ਹੈ। ਸੱਚੀ ਆਰਾਧਨਾ ਕਰੋ, ਸੱਚੀ ਲਗਨ ਨਾਲ ਸਾਰੇ ਬੰਧਨ ਟੁੱਟ ਜਾਣਗੇ। ਇਸ ਤਰ੍ਹਾਂ ਬਚਨ ਵਿਲਾਸ ਹੋ ਰਹੇ ਸਨ ਕਿ ਹੋਰ ਯਾਤਰੂ ਗੁਰੂ ਜੀ ਕੋਲ ਆਏ ਅਤੇ ਗੁਰੂ ਜੀ ਸਭ ਨੂੰ ਨਾਮ ਦਾ ਸਹਾਰਾ ਲੈਣ ਦਾ ਆਦੇਸ਼ ਦੇ ਆਪ ਅਯੋਧਿਆ ਪਹੁੰਚ ਗਏ ਤੇ ਸਰਜੂ ਨਦੀ ਦੇ ਕਿਨਾਰੇ ਆਪ ਜੀ ਨੇ ਆਸਣ ਲਾਇਆ। ਜਦੋਂ ਗੁਰੂ ਜੀ ਉਦਾਲੇ ਕਾਫੀ ਲੋਕ ਇਕੱਠੇ ਹੋਏ ਤਾਂ ਗੁਰੂ ਜੀ ਆਖਿਆ, ਰਾਮ ਚੰਦਰ ਜੀ ਅਯੋਧਿਆ ਨਗਰੀ ਨੂੰ ਸਵਰਗ 'ਚ ਲੈ ਗਏ ਸਨ।
ਇਹ ਲੋਕ ਕਿੱਥੋਂ ਆ ਗਏ? ਇਹ ਸੁੰਦਰ ਮੰਦਰ ਕਿਸਨੇ ਬਣਾਏ? ਤਾਂ ਸੂਝਵਾਨ ਲੋਕਾਂ 'ਚ ਇੱਕ ਨੇ ਕਿਹਾ, ਹੇ ਮਹਾਰਾਜ ਜੀ, ਸ਼੍ਰੀ ਰਾਮ ਚੰਦਰ ਜੀ ਅਯੋਧਿਆ ਦੇ ਸਾਰੇ ਆਦਮੀਆਂ ਨੂੰ ਸਵਰਗ 'ਚ ਲੈ ਗਏ ਸਨ। ਤਾਂ ਗੁਰੂ ਜੀ ਨੇ ਕਿਹਾ, ਤੁਸੀਂ ਵੀ ਉਹਨਾਂ ਦਾ ਨਾਮ ਜਪੋ, ਉੱਤਮ ਕਰਮ ਕਰੋ। ਤਾਂ ਇੱਕ ਪੰਡਤ ਨੇ ਪੁੱਛਿਆ, ਹੇ ਮਹਾਰਾਜ, ਗੁਰੂ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਤਾਂ ਗੁਰੂ ਜੀ ਨੇ ਕਿਹਾ, ਹੇ ਪੰਡਤ ਜੀ, ਗੁਰੂ 3 ਤਰ੍ਹਾਂ ਦੇ ਹੁੰਦੇ ਹਨ। ਇੱਕ ਗੁਰੂ ਅਵਧੂਤ ਹੁੰਦਾ ਹੈ, ਤਪੱਸਵੀ ਹੁੰਦਾ ਹੈ ਪਰ ਅਨਪੜ੍ਹ ਹੁੰਦਾ ਹੈ। ਇੱਕ ਵਿਦਵਾਨ ਪੰਡਤ ਹੁੰਦਾ ਹੈ ਤੇ ਇੱਕ ਗੁਰੂ ਮਹਾਂਪੁਰਖ ਹੁੰਦਾ ਹੈ। ਇਸ ਤਰ੍ਹਾਂ ਜੋ ਪੰਡਤ ਗੁਰੂ ਹੁੰਦਾ ਹੈ ਉਹ ਇੰਜ ਬਚਨ ਕਰਦਾ ਹੈ ਜਿਵੇਂ ਕੋਈ ਨਦੀ ਕਿਨਾਰੇ ਖਲੋ ਕੇ ਪਾਰ ਜਾਣ ਦੇ ਢੰਗ ਦੱਸਦਾ ਹੈ। ਪਾਰ ਹੋਵੇ ਜਾਂ ਨਾ, ਉਸ ਗੁਰੂ ਦਾ ਸ਼ਬਦ ਕਮਾ ਲਵੇ ਤਾਂ ਪਾਰ ਹੋ ਜਾਵੇਗਾ। ਉਹ ਬਚਨ ਕਰਨ ਜਾਣਦਾ ਹੈ, ਆਪ ਤੈਰਨਾ ਨਹੀਂ ਜਾਣਦਾ, ਆਪ ਕਮਾਈ ਨਹੀਂ ਕਰਦਾ, ਹੋਰਾਂ ਨੂੰ ਬਖਿਆਨ ਕਰਦਾ ਹੈ। ਅਜਿਹਾ ਪੰਡਤ ਗੁਰੂ ਹੁੰਦਾ ਹੈ। ਪੰਡਤ ਤੋਂ ਸਿਰਫ ਪੁੰਨ ਪ੍ਰਾਪਤ ਹੁੰਦਾ ਹੈ, ਮੁਕਤੀ ਨਹੀਂ। ਅਵਧੂਤ ਗੁਰੂ ਵਿਦਿਆ ਤੋਂ ਅਣਜਾਣ ਹੁੰਦਾ ਹੈ। ਉਸਨੂੰ ਕੋਈ ਦੇਵ ਜੋਗ ਨਾਲ ਸੰਤ ਮਿਲ ਜਾਂਦਾ ਹੈ, ਉਸ ਦੇ ਮਨ 'ਚੋਂ ਮੋਹ ਮਿਟਾ ਦਿੰਦਾ ਹੈ, ਉਸਨੂੰ ਗਿਆਨ ਦਿੰਦਾ ਹੈ। ਉਹ ਆਪ ਤਰ ਸਕਦਾ ਹੈ ਪਰ ਦੂਜਿਆਂ ਨੂੰ ਤਾਰ ਨਹੀਂ ਸਕਦਾ। ਜੋ ਮਹਾਂਪੁਰਖ ਗੁਰੂ ਹੁੰਦਾ ਹੈ ਉਹ ਸਭ ਵਿਦਿਆ 'ਚ ਨਿਪੁੰਨ ਹੁੰਦਾ ਹੈ। ਜੋ ਆਦਮੀ ਸ਼ਰਧਾ ਭਾਵਨਾ ਪ੍ਰੇਮ ਲਗਨ ਨਾਲ ਮਿਲਦਾ ਹੈ ਉਸ ਦਾ ਉਧਾਰ ਸਹਿਜੇ ਹੀ ਗੁਰੂ ਕਰ ਦਿੰਦਾ ਹੈ। ਮਹਾਂਪੁਰਖਾਂ ਦੇ ਇਹ ਲੱਛਣ ਹਨ। ਉਹਨਾਂ ਦੇ ਜੀਵਨ ਨੂੰ ਵੇਖ ਕੇ ਜੇ ਕੋਈ ਆਪਣਾ ਜੀਵਨ ਉਹਨਾਂ ਵਰਗਾ ਬਣਾ ਲਵੇ ਤਾਂ ਉਸ ਦਾ ਵੀ ਕਲਿਆਣ ਹੋ ਜਾਂਦਾ ਹੈ। ਗੁਰੂ ਉਸ ਦੇ ਜੀਵਨ ਨੂੰ ਪਾਰ ਕਰ ਦਿੰਦਾ ਹੈ। ਜਿਵੇਂ ਮੱਲਾਹ ਬੇੜੀ ਨੂੰ ਪਾਰ ਲਗਾਉਂਦਾ ਹੈ। ਤਾਂ ਲੋਕਾਂ ਨੇ ਗੁਰੂ ਜੀ ਦੀ ਬੜੀ ਉਪਮਾ ਕੀਤੀ। ਚਰਨ ਪਰਸ਼ੇ ਆਖਿਆ, ਹੇ ਗੁਰੂ ਜੀ, ਅਸਾਂ ਪਹਿਲੇ ਆਪ ਜੀ ਦਾ ਜਸ਼ ਕੰਨਾਂ ਨਾਲ ਹੀ ਸੁਣਿਆ ਸੀ। ਆਪ ਜੀ ਦੇ ਦਰਸ਼ਨ ਕਰਕੇ ਮਨ ਸ਼ਾਂਤ ਹੋ ਗਿਆ।